Hello students, today we will start line graph and this is for your IELTS writing task 1. This is part 1. In this part, I will explain you some important words and some other important things regarding line graph. ਇਸ ਪਾਰਟ ਦੇ ਵਿੱਚ ਮੇਨਲੀ ਆਪਾਂ ਲਾਈਨ ਗ੍ਰਾਫ ਦੇ ਰਿਗਾਰਡਿੰਗ ਇੰਪੋਰਟੈਂਟ ਵੋਕੈਬ ਐਕਸਪਲੇਨ ਕਰਾਂਗੇ ਐਂਡ ਇਸ ਤੋਂ ਬਾਅਦ ਸੈਕਿੰਡ ਪਾਰਟ ਅਪਲੋਡ ਕਰੂੰਗੀ ਮੈਂ ਤੁਹਾਡੇ ਲਈ। ਉਸ ਪਾਰਟ ਦੇ ਵਿੱਚ ਮੈਂ ਬੈਂਡ ਬੂਸਟਿੰਗ ਸਟਰਕਚਰਸ ਐਕਸਪਲੇਨ ਕਰੂੰਗੀ ਤੁਹਾਨੂੰ, ਜਿਹੜੀਆਂ ਕਿ ਤੁਸੀਂ ਆਪਣੇ ਲਾਈਨ ਗ੍ਰਾਫ ਦੇ ਵਿੱਚ ਯੂਜ਼ ਕਰਕੇ ਆਪਣਾ ਬੈਂਡ ਸਕੋਰ ਇੰਪਰੂਵ ਕਰ ਸਕਦੇ ਹੋ। ਫਸਟ ਪਾਰਟ ਅੱਜ ਆਪਾਂ ਵੋਕੈਬ ਦਾ ਕਰਦੇ ਹਾਂ, ਸੈਕਿੰਡ ਪਾਰਟ ਆਪਾਂ ਲਾਈਨ ਗ੍ਰਾਫ ਦੇ ਲਈ ਬੈਂਡ ਬੂਸਟਿੰਗ ਸਟਰਕਚਰਸ ਨੂੰ ਐਕਸਪਲੇਨ ਕਰੂੰਗੀ ਮੈਂ ਤੁਹਾਨੂੰ ਐਂਡ ਪਾਰਟ ਥਰਡ ਉਸ ਤੋਂ ਬਾਅਦ ਮੈਂ ਅਪਲੋਡ ਕਰੂੰਗੀ। ਪਾਰਟ ਥਰਡ ਦੇ ਵਿੱਚ ਮੈਂ ਇੱਕ ਪ੍ਰੋਪਰ ਲਾਈਨ ਗ੍ਰਾਫ ਲੈ ਕੇ ਤੁਹਾਨੂੰ ਡਿਸਕਰਾਈਬ ਕਰੂੰਗੀ। ਉਸ ਦੇ ਵਿੱਚ ਮੈਂ ਤੁਹਾਨੂੰ ਕਲੀਅਰ ਕਰੂੰਗੀ ਕਿ ਸਾਰੀ ਤੁਸੀਂ ਵੋਕੈਬ ਪਲੱਸ ਸਾਰੀਆਂ ਤੁਸੀਂ ਬੈਂਡ ਬੂਸਟਿੰਗ ਸਟਰਕਚਰਸ ਕਿਵੇਂ ਅਪਲਾਈ ਕਰ ਸਕਦੇ ਹੋ ਆਪਣੇ ਗ੍ਰਾਫ ਦੇ ਵਿੱਚ, ਸੋ ਦੈਟ ਤੁਹਾਡਾ ਬਹੁਤ ਵਧੀਆ ਬੈਂਡ ਸਕੋਰ ਆ ਜਾਏ ਤੁਹਾਡੇ ਫਾਈਨਲ ਐਗਜ਼ਾਮ ਦੇ ਵਿੱਚ। ਐਂਡ ਇਸ ਚੈਨਲ ਤੇ ਮੈਂ ਤੁਹਾਡੀ ਆਇਲਸ ਦੀ ਫੁੱਲ ਪ੍ਰੈਪਰੇਸ਼ਨ ਕਰਾਉਂਗੀ, ਆਲ ਮੋਡਿਊਲਸ ਲਾਈਕ ਆਇਲਸ ਰਾਈਟਿੰਗ ਟਾਸਕ 1, ਟਾਸਕ 2, ਰੀਡਿੰਗ, ਲਿਸਨਿੰਗ, ਸਪੀਕਿੰਗ ਐਂਡ ਸਾਰੀਆਂ ਕਲਾਸਿਸ ਨੂੰ ਫੋਲੋ ਕਰਕੇ ਤੁਸੀਂ ਆਪਣੇ ਫਾਈਨਲ ਐਗਜ਼ਾਮ ਦੇ ਵਿੱਚ ਬਹੁਤ ਵਧੀਆ ਬੈਂਡ ਸਕੋਰ ਅਚੀਵ ਕਰ ਸਕਦੇ ਹੋ। So for that, make sure to subscribe this channel and please like and share this video. Now let's get started. ਦੇਖੋ ਲਾਈਨ ਗ੍ਰਾਫ ਦੇ ਵਿੱਚ ਆਪਣੇ ਕੋਲੇ ਲਾਈਨਸ ਜਾਂ ਤਾਂ ਇਨਕਰੀਜ਼ ਹੁੰਦੀਆਂ ਹੈ ਜਾਂ ਫਿਰ ਡਿਕਰੀਜ਼ ਹੁੰਦੀਆਂ, ਜਾਂ ਫਿਰ ਜਦੋਂ ਇੱਕੋ ਵੈਲਿਊ ਤੇ ਰਹਿੰਦੀ ਆ ਲਾਈਨ ਆਪਣੀ, ਉਹਨੂੰ ਕਹਿੰਦੇ ਆਪਾਂ ਕਿ ਸਟੈਗਨੇਟ ਕਰ ਗਈ ਲਾਈਨ। ਹੁਣ ਆਪਾਂ ਦੇਖਦੇ ਜਦੋਂ ਲਾਈਨ ਇਨਕਰੀਜ਼ ਹੁੰਦੀ ਆ ਉਦੋਂ ਆਪਾਂ ਕੀ ਵੋਕੈਬ ਯੂਜ਼ ਕਰਨੀ ਆ। ਉਸ ਦੇ ਲਈ ਇਨਕਰੀਜ਼ ਦੇ ਲਈ ਦੇਖੋ, ਅਗਰ ਆਪਾਂ ਵਰਬ ਦੇ ਕੇਸ ਵਿੱਚ ਦੇਖੀਏ ਆਪਾਂ ਕਵਾਂਗੇ ਵਧਣਾ, ਕਿ ਲਾਈਨ ਇਨਕਰੀਜ਼ ਕਰ ਗਈ। ਅਗਰ ਆਪਾਂ ਨਾਉਨ ਦੇ ਕੇਸ ਵਿੱਚ ਦੇਖੀਏ ਫਿਰ ਆਪਾਂ ਕਵਾਂਗੇ ਵਾਧਾ, ਕਿ ਇੰਨੇ ਦਾ ਵਾਧਾ ਹੋ ਗਿਆ, ਮੀਨਿੰਗ ਇੰਨੇ ਦਾ ਇਨਕਰੀਜ਼ ਹੋ ਗਿਆ। ਐਗਜ਼ਾਮਪਲ ਲੈ ਲਓ 10% ਦਾ, ਇੱਥੇ ਆਪਾਂ ਕਵਾਂਗੇ 10% ਤੱਕ ਲਾਈਨ ਇਨਕਰੀਜ਼ ਹੋ ਗਈ। ਨਾਉਨ ਦੇ ਕੇਸ ਵਿੱਚ ਆਪਾਂ ਕਵਾਂਗੇ 10% ਦਾ ਇਨਕਰੀਜ਼ ਹੋਇਆ, ਠੀਕ ਹੈ। ਇੱਥੇ ਆਪਾਂ ਕਵਾਂਗੇ 10% ਤੱਕ ਲਾਈਨ ਗਰੋ ਕਰ ਗਈ, ਇੱਥੇ ਆਪਾਂ ਕਵਾਂਗੇ 10% ਦੀ ਗਰੋਥ ਹੋਈ। ਸੋ ਇਹ ਵਰਬ ਐਂਡ ਨਾਉਨ ਵਿੱਚ ਡਿਫਰੈਂਸ ਆ। ਚਲੋ ਇਹ ਤੁਹਾਨੂੰ ਮੈਂ ਕਲੀਅਰ ਕਰਤਾ। ਇਸ ਤੋਂ ਬਾਅਦ ਆਪਾਂ ਹੁਣ ਦੇਖਦੇ ਹਾਂ ਮੇਨ ਥਿੰਗਸ। ਅਗਰ ਤਾਂ ਨਾਰਮਲ ਇਨਕਰੀਜ਼ ਹੋਊਗਾ, ਥੋੜੀ ਜਿਹੀ ਤੁਹਾਡੀ ਲਾਈਨ ਇਨਕਰੀਜ਼ ਕਰੇ, ਦੈਨ ਆਪਾਂ ਨਾਰਮਲ ਇਨਕਰੀਜ਼ ਲਈ ਕਿਹੜੇ ਵਰਡ ਯੂਜ਼ ਕਰਾਂਗੇ? ਐਸਕਲੇਟ, ਰਾਈਜ਼, ਹਾਈਕ, ਗਰੋ, ਕਲਾਈਮ, ਐਲੀਵੇਟ, ਇਨਕਲਾਈਨ, ਗੋ ਅਪਵਰਡਸ ਔਰ ਗੋ ਨਾਰਥਵਰਡਸ। ਗੋ ਅਪ ਮੀਨਿੰਗ ਉੱਪਰ ਜਾਣਾ, ਮੀਨਿੰਗ ਇਨਕਰੀਜ਼ ਹੋ ਜਾਣਾ ਲਾਈਨ। ਜਦੋਂ ਲਾਈਨ ਇਨਕਰੀਜ਼ ਹੁੰਦੀ ਉੱਪਰ ਵਾਲੀ ਸਾਈਡ ਜਾਂਦੀ ਆ, ਦੈਟਸ ਵਾਈ ਆਪਾਂ ਇੱਥੇ ਯੂਜ਼ ਕਰ ਰਹੇ ਹਾਂ ਗੋ ਅਪ, ਇੱਥੇ ਆਪਾਂ ਯੂਜ਼ ਕਰ ਰਹੇ ਹਾਂ ਗੋ ਅਪਵਰਡਸ ਐਂਡ ਗੋ ਨਾਰਥਵਰਡਸ। ਨਾਰਥ ਵੀ ਉੱਪਰ ਵਾਲੀ ਸਾਈਡ ਹੁੰਦਾ ਹੈ, ਮੀਨਿੰਗ ਉੱਪਰ ਜਾਣਾ, ਮੀਨਿੰਗ ਇਨਕਰੀਜ਼ ਹੋਣਾ, ਦੈਟਸ ਵਾਈ ਆਪਾਂ ਯੂਜ਼ ਕਰ ਰਹੇ ਹਾਂ ਗੋ ਨਾਰਥਵਰਡ। ਇਹ ਤਾਂ ਸੀ ਨਾਰਮਲ ਇਨਕਰੀਜ਼ ਦੇ ਲਈ। ਦੈਨ ਅਗਰ ਬਹੁਤ ਜ਼ਿਆਦਾ ਲਾਈਨ ਇਨਕਰੀਜ਼ ਕਰ ਜੇ, ਦੈਨ ਆਪਾਂ ਕਿਹੜੇ ਵਰਡ ਯੂਜ਼ ਕਰਾਂਗੇ? ਸੋਰ, ਸਪਾਈਕ, ਸਰਜ, ਲੀਪ, ਜੰਪ। ਅਗਰ ਤੁਹਾਡੀ ਲਾਈਨ ਬਹੁਤ ਹੀ ਜ਼ਿਆਦਾ ਇਨਕਰੀਜ਼ ਹੋ ਜਾਵੇ, ਦੈਨ ਆਪਾਂ ਕਿਹੜੇ ਵਰਡ ਯੂਜ਼ ਕਰਾਂਗੇ? ਬੂਮ, ਜ਼ੂਮ, ਰੋਕੇਟ, ਸਕਾਈ ਰੋਕੇਟ, ਸ਼ੂਟ ਅਪ। ਦੇਖੋ ਆਪਣੇ ਕੋਲ ਗ੍ਰਾਫ ਵਿੱਚ ਕਾਫੀ ਡੇਟਾ ਹੁੰਦਾ, ਕਾਫੀ ਲਾਈਨਸ ਹੁੰਦੀਆਂ ਏ, ਕਾਫੀ ਅਪਸ ਐਂਡ ਡਾਊਨਸ ਜਾਂਦੇ ਆ ਲਾਈਨਸ ਦੇ ਵਿੱਚ। ਸੋ ਆਪਾਂ ਵਰਾਇਟੀ ਦੇ ਲਈ ਲਾਈਨ ਗ੍ਰਾਫ ਵਿੱਚ ਵਰਾਇਟੀ ਲਿਆਉਣ ਲਈ ਸੈਂਟੈਂਸਿਸ ਦੇ ਵਿੱਚ ਇੰਨੇ ਸਾਰੇ ਵਰਡਸ ਕਰ ਰਹੇ ਹਾਂ, ਸੋ ਦੈਟ ਤੁਸੀਂ ਡਿਫਰੈਂਟ ਵਰਡਸ ਨੂੰ ਯੂਜ਼ ਕਰ ਸਕੋ। ਵਨ ਮੋਰ ਥਿੰਗ, ਅਗਰ ਤੁਹਾਡਾ ਗ੍ਰਾਫ ਪ੍ਰੈਜ਼ੈਂਟ ਵਿੱਚ ਗਿਵਨ ਹੋਊਗਾ, ਦੈਨ ਤੁਸੀਂ ਆ ਵਰਬ ਦੀ ਫਸਟ ਫਾਰਮ ਯੂਜ਼ ਕਰੋਗੇ। ਅਗਰ ਤੁਹਾਡਾ ਗ੍ਰਾਫ ਪਾਸਟ ਵਿੱਚ ਹੋਊਗਾ ਗਿਵਨ, ਦੈਨ ਤੁਸੀਂ ਆਹ ਸਾਰੇ ਵਰਡਸ ਦੀ ਸੈਕਿੰਡ ਫਾਰਮ 'ਚੋਂ ਚੇਂਜ ਕਰ ਦੇਣਾ ਸਾਰੇ ਵਰਡਸ ਨੂੰ। ਇਹਨਾਂ ਸਾਰੇ ਵਰਡਸ ਦੀ ਸੈਕਿੰਡ ਫਾਰਮ ਤੁਸੀਂ ਯੂਜ਼ ਕਰੋਗੇ, ਠੀਕ ਹੈ। ਜਿੱਦਾਂ ਰਾਈਜ਼ ਦੀ ਹੋ ਜਾਏਗੀ ਰੋਜ਼, ਇੱਦਾਂ ਹੀ ਬਾਕੀ ਸਾਰੇ ਤੁਸੀਂ ਵਰਡਸ ਸੈਕਿੰਡ ਫਾਰਮ 'ਚੋਂ ਕਰ ਦੇਣੇ ਆ। ਨੈਕਸਟ, ਅਗਰ ਆਪਾਂ ਨਾਉਨ ਦਾ ਕੇਸ ਦੇਖੀਏ, ਮੀਨਿੰਗ ਕਿੰਨੇ ਦਾ ਇਨਕਰੀਜ਼ ਹੋਇਆ,
ਦੈਨ ਆਪਾਂ ਯੂਜ਼ ਕਰਾਂਗੇ ਐਸਕਲੇਸ਼ਨ। ਮੰਨ ਲਓ 10% ਦਾ ਇਨਕਰੀਜ਼ ਹੋਇਆ, ਆਪਾਂ ਕਹਾਂਗੇ 10% ਦੀ ਐਸਕਲੇਸ਼ਨ ਹੋ ਗਈ, 10% ਦਾ ਰਾਈਜ਼ ਹੋ ਗਿਆ। ਹਾਈਕ, ਕਲਾਈਂਬ, ਗਰੋਥ ਮੀਨਿੰਗ 10% ਦੀ ਗਰੋਥ ਹੋ ਗਈ। ਐਲੀਵੇਸ਼ਨ, ਇਨਕਲੀਨੇਸ਼ਨ, ਇਹਦੇ ਵਿੱਚ ਕਿਹੜੇ ਵਰਡ ਚੇਂਜ ਹੋਏ? ਐਸਕਲੇਟ ਨੂੰ ਆਪਾਂ ਨਾਉਨ ਦੇ ਕੇਸ ਵਿੱਚ ਐਸਕਲੇਸ਼ਨ ਕਰ ਦਿੱਤਾ, ਇੱਥੇ ਗਰੋ ਨੂੰ ਆਪਾਂ ਗਰੋਥ ਕਰ ਦਿੱਤਾ, ਇੱਥੇ ਆਪਾਂ ਐਲੀਵੇਟ ਯੂਜ਼ ਕੀਤਾ, ਇੱਥੇ ਆਪਾਂ ਐਲੀਵੇਸ਼ਨ ਯੂਜ਼ ਕਰ ਲਿੱਤਾ। ਸਿਮਿਲਰਲੀ ਆਪਾਂ ਇਨਕਲੀਨੇਸ਼ਨ ਯੂਜ਼ ਕਰ ਰਹੇ ਹਾਂ। ਨੈਕਸਟ, ਅਗਰ ਉਸ ਤੋਂ ਜ਼ਿਆਦਾ ਇਨਕਰੀਜ਼ ਹੋ ਜੇ ਲਾਈਨ, ਦੈਨ ਆਪਾਂ ਯੂਜ਼ ਕਰਾਂਗੇ ਸਰਜ, ਅਪਸਰਜ, ਸਪਾਈਕ, ਲੀਪ ਐਂਡ ਜੰਪ। ਨੈਕਸਟ, ਕਾਫੀ ਜ਼ਿਆਦਾ ਇਨਕਰੀਜ਼ ਹੋਵੇ ਦੈਨ ਆਪਾਂ ਯੂਜ਼ ਕਰਾਂਗੇ ਕਿਹੜਾ ਵਰਡ? ਬੂਮ। ਨੈਕਸਟ ਹੁਣ ਆਪਾਂ ਡਿਕਰੀਜ਼ ਦਾ ਕੇਸ ਦੇਖਦੇ, ਜਦੋਂ ਆਪਣੀਆਂ ਲਾਈਨਸ ਡਿਕਰੀਜ਼ ਕਰਦੀਆਂ। ਅਗਰ ਤਾਂ ਆਪਾਂ ਵਰਬ ਦਾ ਕੇਸ ਦੇਖੀਏ, ਡਿਕਰੀਜ਼ ਮੀਨਿੰਗ ਘਟਣਾ, ਕਿੰਨੇ ਤੱਕ ਲਾਈਨ ਡਿਕਰੀਜ਼ ਹੋ ਗਈ। ਸਿਮਿਲਰਲੀ ਆਪਾਂ ਨਾਉਨ ਦੇ ਕੇਸ ਵਿੱਚ ਦੇਖੀਏ ਕਿ ਕਿੰਨੇ ਦਾ ਡਿਕਰੀਜ਼ ਹੋਇਆ, ਠੀਕ ਹੈ। ਸੋ ਫਸਟ ਆਪਾਂ ਦੇਖਦੇ ਹਾਂ ਡਿਕਰੀਜ਼ ਲਈ ਆਪਾਂ ਕਿਹੜੇ ਵਰਡ ਯੂਜ਼ ਕਰਾਂਗੇ? ਡਿਕਲਾਈਨ, ਡਰੋਪ, ਡਵਿੰਡਲ, ਫਾਲ, ਗੋ ਡਾਊਨ, ਸ਼ਰਿੰਕ, ਗੋ ਸਾਊਥਵਰਡਸ ਐਂਡ ਸਲਿਪ। ਸਾਊਥਵਰਡ ਨੀਚੇ ਵਾਲੀ ਸਾਈਡ ਹੁੰਦਾ, ਸਾਊਥ ਮੀਨਿੰਗ ਨੀਚੇ ਜਾਣਾ, ਮੀਨਿੰਗ ਡਿਕਰੀਜ਼ ਹੋਣਾ, ਦੈਟਸ ਵਾਈ ਆਪਾਂ ਯੂਜ਼ ਕਰ ਰਹੇ ਹਾਂ ਗੋ ਸਾਊਥਵਰਡਸ। ਮੰਨ ਲਓ ਆਪਣਾ 10% ਦਾ ਡਿਕਰੀਜ਼ ਹੋਇਆ, ਆਪਾਂ ਕਹਾਂਗੇ ਕਿ 10% 'ਤੇ ਡਿਕਲਾਈਨ ਹੋ ਗਿਆ, 10% ਤੱਕ ਡਰੋਪ ਹੋ ਗਿਆ, ਸਿਮਿਲਰਲੀ 10% ਤੱਕ ਫਾਲ ਹੋ ਗਿਆ। ਅਗਰ ਤਾਂ ਥੋੜ੍ਹਾ ਡਿਕਰੀਜ਼ ਹੋਵੇ, ਅਗਰ ਬਹੁਤ ਜ਼ਿਆਦਾ ਡਿਕਰੀਜ਼ ਹੋ ਜੇ ਦੈਨ ਆਪਾਂ ਯੂਜ਼ ਕਰਾਂਗੇ ਵਰਡਸ ਪਲਮੇਟ, ਪਲੰਜ। ਅਗਰ ਕਾਫੀ ਜ਼ਿਆਦਾ ਡਿਕਰੀਜ਼ ਹੋ ਜੇ ਲਾਈਨ ਤੁਹਾਡੀ ਗ੍ਰਾਫ ਦੇ ਵਿੱਚ, ਦੈਨ ਆਪਾਂ ਯੂਜ਼ ਕਰਾਂਗੇ ਨੋਜ਼ ਡਾਈਵ, ਟੇਕ ਅ ਨੋਜ਼ ਡਾਈਵ। ਸਿਮਿਲਰਲੀ ਅਗਰ ਤੁਹਾਡਾ ਗ੍ਰਾਫ ਪਾਸਟ ਦੇ ਵਿੱਚ ਹੋਊਗਾ, ਦੈਨ ਤੁਸੀਂ ਆਹ ਸਾਰੇ ਵਰਡਸ ਦੀ ਵਰਬ ਦੀ ਸੈਕਿੰਡ ਫਾਰਮ ਯੂਜ਼ ਕਰੋਗੇ। ਨੈਕਸਟ ਆਪਾਂ ਨਾਉਨ ਦਾ ਕੇਸ ਦੇਖਦੇ ਹਾਂ, ਕਿੰਨੇ ਦਾ ਡਿਕਰੀਜ਼ ਹੋਇਆ? ਡਿਕਲਾਈਨ, ਡਰੋਪ, ਫਾਲ, ਸ਼ਰਿੰਕੇਜ, ਕੰਟਰੈਕਸ਼ਨ, ਸਲਿਪੇਜ। ਮੀਨਿੰਗ 10% ਦਾ, ਚਲੋ ਆਪਾਂ ਐਜ਼ਿਊਮ ਕਰ ਲੈਂਦੇ ਹਾਂ ਕਿ ਡਿਕਰੀਜ਼ ਹੋਇਆ, ਆਪਾਂ ਯੂਜ਼ ਕਰਾਂਗੇ 10% ਦਾ ਡਿਕਲਾਈਨ ਹੋ ਗਿਆ, 10% ਦਾ ਡਰੋਪ ਆ ਗਿਆ, 10% ਦੀ ਸ਼ਰਿੰਕੇਜ ਹੋ ਗਈ। ਸਿਮਿਲਰਲੀ ਇਹ ਸਾਰੇ ਅਦਰ ਵਰਡਸ ਵੀ। ਅਗਰ ਕਾਫੀ ਜ਼ਿਆਦਾ ਡਿਕਰੀਜ਼ ਹੋ ਜੇ ਦੈਨ ਸੇਮ ਪਲਮੇਟ, ਪਲੰਜ। ਅਗਰ ਉਸ ਤੋਂ ਵੀ ਜ਼ਿਆਦਾ ਡਿਕਰੀਜ਼ ਹੋ ਜੇ ਦੈਨ ਨੋਜ਼ ਡਾਈਵ। ਨੈਕਸਟ ਦੇਖੋ, ਇਨਕਰੀਜ਼ ਜਾਂ ਤਾਂ ਥੋੜ੍ਹਾ ਜਿਹਾ ਹੁੰਦਾ ਜਾਂ ਕਾਫੀ ਜ਼ਿਆਦਾ, ਜਾਂ ਫਿਰ ਡਿਕਰੀਜ਼ ਥੋੜ੍ਹਾ ਜਿਹਾ ਹੁੰਦਾ ਜਾਂ ਕਾਫੀ ਜ਼ਿਆਦਾ, ਉਹਨੂੰ ਦੇਖ ਲੈਂਦੇ। ਥੋੜ੍ਹੇ ਜਿਹੇ ਇਨਕਰੀਜ਼ ਜਾਂ ਥੋੜ੍ਹੇ ਜਿਹੇ ਡਿਕਰੀਜ਼ ਲਈ ਆਪਾਂ ਵਰਡ ਹੋਰ ਕੀ ਯੂਜ਼ ਕਰ ਸਕਦੇ ਹਾਂ? ਸਲਾਈਟ, ਮਾਰਜਨਲ, ਸਲਾਈਟਲੀ, ਮਾਰਜਨਲੀ, ਇਹ ਐਡਵਰਬ ਦਾ ਕੇਸ ਹੈ। ਮੀਨਿੰਗ ਸਲਾਈਟ ਇਨਕਰੀਜ਼ ਹੋ ਗਿਆ, ਸਲਾਈਟ ਜਾਂ ਫਿਰ ਸਲਾਈਟ ਡਿਕਰੀਜ਼ ਹੋ ਗਿਆ, ਮਾਰਜਨਲ ਇਨਕਰੀਜ਼ ਹੋ ਗਿਆ ਜਾਂ ਮਾਰਜਨਲ ਡਿਕਰੀਜ਼ ਹੋ ਗਿਆ। ਸਿਮਿਲਰਲੀ ਆਪਾਂ ਕਹਾਂਗੇ ਸਲਾਈਟਲੀ ਇਨਕਰੀਜ਼ਡ ਔਰ ਸਲਾਈਟਲੀ ਡਿਕਰੀਜ਼ਡ। ਨੈਕਸਟ, ਅਗਰ ਬਹੁਤ ਜ਼ਿਆਦਾ ਇਨਕਰੀਜ਼ ਜਾਂ ਡਿਕਰੀਜ਼ ਹੋਵੇ ਦੈਨ ਆਪਾਂ ਕਿਹੜੇ ਵਰਡਸ ਯੂਜ਼ ਕਰ ਸਕਦੇ ਹਾਂ? ਸਿਗਨੀਫਿਕੈਂਟ ਇਨਕਰੀਜ਼ ਔਰ ਸਿਗਨੀਫਿਕੈਂਟ ਡਿਕਰੀਜ਼। ਕੰਸੀਡਰੇਬਲ, ਕੰਸੀਡਰੇਬਲ ਇਨਕਰੀਜ਼ ਔਰ ਵੀ ਕੈਨ ਸੇ ਕੰਸੀਡਰੇਬਲ ਡਿਕਰੀਜ਼ ਹੋ ਗਿਆ। ਟ੍ਰੀਮੈਂਡਸ, ਮੈਸਿਵ, ਐਕਸਪੋਨੈਂਸ਼ੀਅਲ। ਹੋਰ ਆਪਾਂ ਕੀ ਕਹਿ ਸਕਦੇ ਹਾਂ? ਸਿਗਨੀਫਿਕੈਂਟਲੀ ਇਨਕਰੀਜ਼ਡ ਔਰ ਸਿਗਨੀਫਿਕੈਂਟਲੀ ਡਿਕਰੀਜ਼ਡ। ਸਿਮਿਲਰਲੀ ਕੰਸੀਡਰੇਬਲੀ ਇਨਕਰੀਜ਼ਡ ਔਰ ਕੰਸੀਡਰੇਬਲੀ ਡਿਕਰੀਜ਼ਡ, ਟ੍ਰੀਮੈਂਡਸਲੀ, ਮੈਸਿਵਲੀ, ਐਕਸਪੋਨੈਂਸ਼ੀਅਲੀ। ਦੇਖੋ ਇਹ ਸਾਰੇ ਵਰਡਸ ਆਪਾਂ ਆਪਣੇ ਗ੍ਰਾਫ ਦੇ ਵਿੱਚ ਵਰਾਇਟੀ ਲਿਆਉਣ ਲਈ ਯੂਜ਼ ਕਰ ਰਹੇ ਹਾਂ। ਨੈਕਸਟ ਆਪਾਂ ਬਹੁਤ ਜ਼ਿਆਦਾ ਇਨਕਰੀਜ਼ ਜਾਂ ਡਿਕਰੀਜ਼ ਲਈ ਕੀ ਕਹਿ ਸਕਦੇ ਹਾਂ? ਇਨੋਰਮਸ, ਇਮੈਂਸ, ਸ਼ਾਰਪ, ਡਰੈਸਟਿਕ। ਇਨੋਰਮਸਲੀ, ਇਮੈਂਸਲੀ, ਸ਼ਾਰਪਲੀ, ਡਰੈਸਟਿਕਲੀ। ਇਹ ਆਪਾਂ ਅੱਜ ਪਾਰਟ 1 ਕਰ ਰਹੇ ਹਾਂ। ਅੱਜ ਤੁਹਾਨੂੰ ਮੈਂ ਵੋਕੈਬ ਡਿਸਕਸ ਕਰਵਾ ਰਹੀ ਹਾਂ। ਪਾਰਟ 2 ਐਂਡ ਪਾਰਟ 3 ਦੇ ਵਿੱਚ ਦੈਨ ਮੈਂ ਤੁਹਾਨੂੰ ਅਪਲਾਈ ਕਰਨੇ ਦੱਸੂਗੀ ਕਿ ਇਹ ਤੁਸੀਂ ਕਿਵੇਂ ਆਪਣੇ ਗ੍ਰਾਫ ਦੇ ਵਿੱਚ ਅਪਲਾਈ ਕਰ ਸਕਦੇ ਹੋ। ਨੈਕਸਟ ਦੇਖਦੇ ਹਾਂ, ਆਪਣੇ ਕੋਲ ਮੰਨ ਲਓ ਲਾਈਨ ਗ੍ਰਾਫ ਗਿਵਨ ਆ, ਉਹਦੇ ਵਿੱਚ ਆਪਣੇ ਕੋਲ 3 ਲਾਈਨਸ ਗਿਵਨ ਆ 10% ਤੇ, 20% ਤੇ ਐਂਡ 30% ਤੇ। ਹੁਣ ਦੇਖੋ 10% ਦੇ ਅਰਾਊਂਡ 2 ਲਾਈਨਸ ਜਾ ਰਹੀਆਂ, ਇੱਕ ਤਾਂ ਬਿਲੋ ਵਾਲੀ ਸਾਈਡ ਲਾਈਨ ਫਲਕਚੁਏਟ ਕਰ ਰਹੀ ਆ,
ਇੱਕ 10% ਤੋਂ ਅਬਵ ਲਾਈਨ ਫਲਕਚੁਏਟ ਕਰ ਰਹੀ ਆ। ਇਹਦਾ ਜਦੋਂ ਕਿਸੇ ਪਰਟੀਕੂਲਰ ਵੈਲਿਊ ਦੇ ਅਰਾਊਂਡ, ਜਿਹਦਾ ਪਰਟੀਕੂਲਰ ਵੈਲਿਊ 10% ਆ, ਇਹਦੇ ਅਰਾਊਂਡ ਲਾਈਨ ਫਲਕਚੁਏਟ ਕਰ ਰਹੀ ਆ, ਦੈਨ ਆਪਾਂ ਕਿੱਦਾਂ ਐਕਸਪਲੇਨ ਕਰਾਂਗੇ? ਆਪਾਂ ਕਹਾਂਗੇ ਲਾਈਨ ਹੋਵਰ ਕਰ ਰਹੀ ਆ, ਮੀਨਿੰਗ 10% ਦੇ ਬਿਲੋ ਵਾਲੀ ਲਾਈਨ ਨੂੰ ਕਿੱਦਾਂ ਰਾਈਟ ਕਰਾਂਗੇ? ਦ ਸੇਲ ਹੋਵਰਡ ਬਿਲੋ 10% ਆ, ਬਿਲੋ ਵਾਲੀ ਲਾਈਨ ਲਈ। ਅਬਵ ਵਾਲੀ ਲਾਈਨ ਲਈ ਆਪਾਂ ਕਿੱਦਾਂ ਰਾਈਟ ਕਰਾਂਗੇ? ਦ ਸੇਲ ਹੋਵਰਡ ਅਬਵ 10%। ਇਹਦੇ ਵਿੱਚ ਜਿਹੜੀ ਲਾਈਨ ਆ ਫਲਕਚੁਏਟ ਕਰ ਰਹੀ, ਇਹ ਮੇਨ ਵੈਲਿਊ ਵਾਲੀ ਲਾਈਨ ਨੂੰ ਟੱਚ ਨਹੀਂ ਕਰ ਰਹੀ। ਹੁਣ ਨੈਕਸਟ ਆਪਾਂ ਦੇਖਦੇ ਹਾਂ ਸੇਮ ਗ੍ਰਾਫ, 3 ਲਾਈਨਸ 10%, 20%, 30%। ਇਹਦੇ ਵਿੱਚ ਜਿਹੜੀ ਹੁਣ ਉੱਪਰ ਲਾਈਨ ਆ ਇਨਕਰੀਜ਼ ਡਿਕਰੀਜ਼ ਹੋ ਰਹੀ ਆ, ਇਹ 20% ਵਾਲੀ ਮੇਨ ਲਾਈਨ ਨੂੰ ਟੱਚ ਕਰਕੇ ਜਾ ਰਹੀ। ਜਦੋਂ ਤਾਂ ਟੱਚ ਕਰੇ ਦੈਨ ਆਪਾਂ ਕਹਾਂਗੇ ਵੇਵਰ, ਦ ਸੇਲ ਵੇਵਰਡ ਅਰਾਊਂਡ 20%, ਕਿ 20% ਦੇ ਅਰਾਊਂਡ ਸੇਲ ਵੇਵਰ ਕਰ ਰਹੀ ਆ। ਇੱਥੇ ਟੱਚ ਕਰ ਗਈ ਜਦੋਂ, ਉਦੋਂ ਆਪਾਂ ਵਰਡ ਯੂਜ਼ ਕਰਾਂਗੇ ਵੇਵਰ। ਜਦੋਂ ਟੱਚ ਨਾ ਕਰੇ ਉਦੋਂ ਆਪਾਂ ਵਰਡ ਯੂਜ਼ ਕਰਾਂਗੇ ਹੋਵਰ। ਅਗਰ ਪਾਸਟ ਦੇ ਵਿੱਚ ਆ ਦੈਨ ਆਪਾਂ ਸੈਕਿੰਡ ਫਾਰਮ ਯੂਜ਼ ਕਰ ਲਾਂਗੇ। ਨੈਕਸਟ ਆਪਣੇ ਕੋਲ ਜਦੋਂ ਆਪਾਂ ਲਾਈਨ ਗ੍ਰਾਫ ਨੂੰ ਕਨਕਲੂਡ ਕਰਨਾ ਹੁੰਦਾ ਏ, ਆਪਾਂ ਦੇਖਦੇ ਹਾਂ ਅਗਰ ਤਾਂ ਲਾਈਨ ਕੰਟੀਨਿਊਸਲੀ ਇਨਕਰੀਜ਼ ਕਰਦੇ ਤੁਹਾਡੇ ਗ੍ਰਾਫ ਦੇ ਵਿੱਚ, ਦੈਨ ਉਸ ਲਾਈਨ ਦੇ ਲਈ ਆਪਾਂ ਕਨਕਲੂਜਨ ਵਿੱਚ ਲਿਖਾਂਗੇ ਐਨ ਐਵਰ ਰਾਈਜ਼ਿੰਗ ਟ੍ਰੈਂਡ। ਇਨੀਸ਼ੀਅਲ ਪੁਆਇੰਟ ਤੋਂ ਸਟਾਰਟ ਹੋ ਕੇ ਫਾਈਨਲ ਪੁਆਇੰਟ ਤੱਕ ਇਨਕਰੀਜ਼ ਹੀ ਹੁੰਦੀ ਗਈ ਲਾਈਨ, ਸੋ ਆਪਾਂ ਯੂਜ਼ ਕਰ ਰਹੇ ਐਵਰ ਰਾਈਜ਼ਿੰਗ ਟ੍ਰੈਂਡ। ਅਗਰ ਤੁਹਾਡੀ ਲਾਈਨ ਸਟਾਰਟ ਹੋ ਕੇ ਕੰਟੀਨਿਊਸਲੀ ਡਿਕਰੀਜ਼ ਹੀ ਹੋਈ ਜਾਵੇ ਦੈਨ ਤੁਸੀਂ ਯੂਜ਼ ਕਰੋਗੇ ਐਨ ਐਵਰ ਡਿਕਲਾਈਨਿੰਗ ਟ੍ਰੈਂਡ। ਨੈਕਸਟ ਲਾਈਨ ਗ੍ਰਾਫ ਆ, ਲਾਈਨ ਇੱਥੋਂ ਸਟਾਰਟ ਹੋ ਰਹੀ ਇਨੀਸ਼ੀਅਲ ਪੁਆਇੰਟ, ਇਨਕਰੀਜ਼ ਡਿਕਰੀਜ਼, ਇਨਕਰੀਜ਼ ਡਿਕਰੀਜ਼, ਫਾਈਨਲੀ ਇਨਕਰੀਜ਼ ਕਰਕੇ ਲਾਈਨ ਇੱਥੇ ਪਹੁੰਚ ਗਈ। ਇਨੀਸ਼ੀਅਲ ਪੁਆਇੰਟ ਆਹ ਵੈਲਿਊ ਘੱਟ ਤੇ ਆ, ਫਾਈਨਲ ਪੁਆਇੰਟ ਦੀ ਵੈਲਿਊ ਇਨੀਸ਼ੀਅਲ ਤੋਂ ਉੱਪਰ ਹੈ, ਫਾਈਨਲ ਪੁਆਇੰਟ ਦੀ ਵੈਲਿਊ ਇਨੀਸ਼ੀਅਲ ਪੁਆਇੰਟ ਤੋਂ ਜ਼ਿਆਦਾ ਹੈ। ਸੋ ਨੋ ਡਾਊਟ ਲਾਈਨ ਨੀਚੇ ਵੀ ਆਈ, ਡਿਕਰੀਜ਼ ਵੀ ਹੋਈ, ਬਟ ਅਗਰ ਆਪਾਂ ਫਾਈਨਲ ਪੁਆਇੰਟ ਦੇਖੀਏ ਉਹਦੀ ਵੈਲਿਊ ਤੋਂ ਉੱਪਰ ਹੀ ਆ ਇਨੀਸ਼ੀਅਲ ਪੁਆਇੰਟ ਤੋਂ। ਸੋ ਓਵਰਆਲ ਕੀ ਹੋ ਗਿਆ? ਰਾਈਜ਼ਿੰਗ ਟ੍ਰੈਂਡ, ਓਵਰਆਲ ਰਾਈਜ਼ ਹੋਇਆ। ਸੋ ਆਪਾਂ ਰਾਈਟ ਕਰਾਂਗੇ ਐਨ ਓਵਰਆਲ ਰਾਈਜ਼ਿੰਗ ਟ੍ਰੈਂਡ। ਨੈਕਸਟ ਆਪਣੇ ਕੋਲ ਗ੍ਰਾਫ ਆ, ਇੱਥੋਂ ਲਾਈਨ ਸਟਾਰਟ ਹੋ ਰਹੀ ਆ ਇਨੀਸ਼ੀਅਲ ਪੁਆਇੰਟ, ਡਿਕਰੀਜ਼ ਇਨਕਰੀਜ਼ ਡਿਕਰੀਜ਼, ਇੱਦਾਂ ਕਰਕੇ ਫਾਈਨਲੀ ਇੱਥੇ ਪਹੁੰਚ ਗਈ ਲਾਈਨ। ਹੁਣ ਇਨੀਸ਼ੀਅਲ ਪੁਆਇੰਟ ਤੋਂ ਉੱਪਰ ਆ, ਇਹਦੀ ਵੈਲਿਊ ਜ਼ਿਆਦਾ ਹੈ, ਫਾਈਨਲ ਪੁਆਇੰਟ ਨੀਚੇ ਆ ਗਿਆ, ਫਾਈਨਲ ਤੱਕ ਪਹੁੰਚਦੇ ਪਹੁੰਚਦੇ ਵੈਲਿਊ ਘਟ ਗਈ, ਡਿਕਰੀਜ਼ ਹੋ ਗਈ। ਸੋ ਓਵਰਆਲ ਕੀ ਹੋ ਗਿਆ? ਡਿਕਰੀਜ਼ ਹੋ ਗਿਆ। ਦੈਟਸ ਵਾਈ ਆਪਾਂ ਰਾਈਟ ਕਰ ਰਹੇ ਹਾਂ ਐਨ ਓਵਰਆਲ ਡਿਕਲਾਈਨਿੰਗ ਟ੍ਰੈਂਡ। ਨੈਕਸਟ ਜਦੋਂ ਤੁਹਾਨੂੰ ਲਾਈਨ ਗ੍ਰਾਫ ਆਉਂਦਾ, ਉਹਦੀ ਸਟੇਟਮੈਂਟ ਦੇ ਵਿੱਚ ਤੁਹਾਨੂੰ ਈਅਰਸ ਗਿਵਨ ਹੁੰਦੇ ਆ, ਉਹ ਪੈਰਾਫਰੇਜ਼ ਕਰਨ ਲਈ ਤੁਸੀਂ ਕਿੱਦਾਂ ਸੈਂਟੈਂਸ ਰਾਈਟ ਕਰ ਸਕਦੇ ਹੋ ਵਧੀਆ ਤਰੀਕੇ ਵਿੱਚ? ਓਵਰ ਅ ਪੀਰੀਅਡ ਆਫ 3 years, ਕਿਹੜੇ? 1990 to 1993। ਇਹਨੂੰ ਤੁਸੀਂ ਵਧੀਆ ਵੇ ਦੇ ਵਿੱਚ ਕਿੱਦਾਂ ਰਾਈਟ ਕਰ ਸਕਦੇ ਹੋ? ਓਵਰ ਆ 3 year span, ਬ੍ਰੈਕਟ ਵਿੱਚ ਆਪਾਂ ਈਅਰਸ ਲਿਖ ਦਾਂਗੇ 1990 to 1993। ਦੇਖੋ 3 years ਬਣ ਰਿਹਾ, ਸੋ 3 ਲਗਾਇਆ, ਇੱਥੇ ਆਪਾਂ ਈਅਰਸ ਨਹੀਂ ਲਿਖਾਂਗੇ, ਇੱਥੇ ਸਿੰਗੂਲਰ ਲਿਖਾਂਗੇ ਈਅਰ, ਐਸ ਨਹੀਂ ਤੁਸੀਂ ਯੂਜ਼ ਕਰਨੀ। ਅਗਰ ਇੱਥੇ 1994 ਹੁੰਦਾ ਦੈਨ ਤੁਸੀਂ ਰਾਈਟ ਕਰਨਾ ਸੀ ਓਵਰ ਆ 4 year span। ਇੱਥੇ 1995 ਹੁੰਦਾ ਦੈਨ 5 years ਬਣ ਜਾਣੇ ਸੀ, ਦੈਨ ਆਪਾਂ ਰਾਈਟ ਕਰਨਾ ਸੀ ਓਵਰ ਆ 5 year span। ਇਹ ਤੁਸੀਂ ਆਪਣੇ ਲਾਈਨ ਗ੍ਰਾਫ ਦੀ ਇੰਟਰੋਡਕਸ਼ਨ ਨੂੰ ਪੈਰਾਫਰੇਜ਼ ਕਰਨ ਦੇ ਲਈ ਰਾਈਟ ਕਰ ਸਕਦੇ ਹੋ। ਨੈਕਸਟ ਆਫਟਰ 4 years ਨੂੰ ਹੋਰ ਆਪਾਂ ਕਿੱਦਾਂ ਰਾਈਟ ਕਰ ਸਕਦੇ ਹਾਂ? ਇਨ ਦ ਵੇਕ ਆਫ 4 years, ਔਰ ਵੀ ਕੈਨ ਸੇ ਐਜ਼ 4 year elapsed, elapsed meaning passed, ਕਿ 4 years ਪਾਸ ਕਰਨ ਤੋਂ ਬਾਅਦ, ਜਾਂ ਫਿਰ ਇਨ ਦ ਵੇਕ ਆਫ 4 years meaning ਆਫਟਰ 4 years। ਇਹ ਜਦ ਆਪਾਂ ਸਾਰੀ ਵੈਰਾਈਟੀ ਦੇ ਲਈ ਕਰ ਰਹੇ ਹਾਂ। ਨੈਕਸਟ ਆਪਣੇ ਕੋਲ ਇੱਕ ਸੈਂਟੈਂਸ ਆ, ਫਰਾਂਸ ਹੈਡ ਮੈਕਸੀਮਮ ਪ੍ਰਪੋਰਸ਼ਨ ਆਫ ਸਮੋਕਰਸ, ਦੈਟ ਇਜ਼ 80% ਦਾ ਆਪਾਂ ਨੂੰ ਫਿਗਰ ਗਿਵਨ ਆ। ਜਦੋਂ ਆਪਾਂ ਨੂੰ ਫਿਗਰ ਗਿਵਨ ਹੁੰਦਾ ਆਪਾਂ ਟਾਸਕ ਦੇ ਵਿੱਚ ਉਹਨੂੰ ਰਾਈਟ ਕਰਦੇ ਹਾਂ, ਐਕਸਪਲੇਨ ਕਰਦੇ ਹਾਂ। 80% ਨੂੰ ਅਗਰ ਤੁਸੀਂ ਕਹੋ ਆਪਾਂ ਰਾਈਟ ਕਰੀਏ ਇਟ ਵਾਜ਼ 80%, ਇਹ ਤਾਂ ਬਿਲਕੁਲ ਸਿੰਪਲ ਸੈਂਟੈਂਸ ਹੈ, ਆਪਾਂ ਯੂਜ਼ ਨਹੀਂ ਕਰਾਂਗੇ। ਇਹਨੂੰ ਆਪਾਂ ਵਧੀਆ ਵੇ ਦੇ ਵਿੱਚ ਕਿਸ ਤਰ੍ਹਾਂ ਐਕਸਪਲੇਨ ਕਰ ਸਕਦੇ ਹਾਂ? ਵੀ ਵਿਲ ਰਾਈਟ
accounting for 80%, amounting to 80%, or merging as 80%, or constituting to 80%, or comprising of 80%, or it was recorded to be 80%, or we can say it was registered to be 80%, it was reported to be 80%, it was witnessed to be 80%. ਇਹ triple R ਆ, recorded, registered, reported। ਸੋ ਜਦੋਂ ਆਪਾਂ ਨੂੰ ਗ੍ਰਾਫ ਆਂਦਾ ਐਗਜ਼ਾਮ ਵਿੱਚ ਉਹਦੇ ਵਿੱਚ ਕਾਫੀ ਡੇਟਾ ਗਿਵਨ ਹੁੰਦਾ ਹੈ। ਸੋ ਤੁਸੀਂ ਇਹ ਸਾਰੇ ਵਰਡਸ ਕਰ ਲੈਣੇ ਆ ਸੋ ਦੈਟ ਤੁਸੀਂ ਆਪਣੇ ਗ੍ਰਾਫ ਦੇ ਵਿੱਚ ਡਿਫਰੈਂਟ ਵਰਡਸ ਯੂਜ਼ ਕਰਕੇ ਆਪਣੇ ਸੈਂਟੈਂਸਿਸ ਦੇ ਵਿੱਚ ਵੈਰਾਈਟੀ ਲਿਆ ਸਕੋ। ਸੋ ਇਹ ਸੀ ਆਪਣਾ ਪਾਰਟ 1। ਇਹਦੇ ਵਿੱਚ ਜਸਟ ਆਪਾਂ ਸਟਾਰਟਿੰਗ ਕੀਤੀ ਲਾਈਨ ਗ੍ਰਾਫ ਦੀ, ਵੋਕੈਬ ਕਰੀ, ਪਲੱਸ ਇੰਪੋਰਟੈਂਟ ਥਿੰਗਸ ਕਰੀਆਂ। After this, I will upload second video regarding line graph. In that video, I will explain the band boosting structures and ਉਹ structures really ਤੁਹਾਡੀ ਹੈਲਪ ਕਰਨਗੀਆਂ ਤੁਹਾਡਾ ਬੈਂਡ ਸਕੋਰ ਇੰਪਰੂਵ ਕਰਨ ਦੇ ਲਈ। ਐਂਡ ਇਸ ਚੈਨਲ 'ਤੇ ਮੈਂ ਤੁਹਾਡੇ ਲਈ ਬਹੁਤ ਵਧੀਆ ਕੰਟੈਂਟ ਅਪਲੋਡ ਕਰੂੰਗੀ ਜਿਹਨੂੰ ਵੀ ਫੋਲੋ ਕਰਕੇ ਤੁਸੀਂ 7+ ਬੈਂਡ ਅਚੀਵ ਕਰ ਸਕੋਗੇ ਆਪਣੇ ਫਾਈਨਲ ਐਗਜ਼ਾਮ ਦੇ ਵਿੱਚ। ਆਲ ਮੋਡਿਊਲਸ ਦੀ ਆਪਾਂ ਵਧੀਆ ਤਰੀਕੇ ਨਾਲ ਪ੍ਰੈਪਰੇਸ਼ਨ ਕਰਾਂਗੇ ਇਸ ਚੈਨਲ 'ਤੇ। ਸੋ ਫॉर दैट ਮੇਕ ਸ਼ੋਰ ਟੂ ਸਬਸਕ੍ਰਾਈਬ ਦਿਸ ਚੈਨਲ and please like and share this video, and if there is any query you can post it in the comment section. Thank you.